1707 ਈਸਵੀ ਤੋਂ ਬਾਅਦ ਮੁਗਲ ਸਾਮਰਾਜ ਦੇ ਪਤਨ ਦੇ ਕਾਰਨਾਂ ਸੰਬੰਧੀ ਅਸੀਂ ਗੱਲ ਕਰ ਰਹੇ ਸੀ। ਉਸੇ ਲੜੀ ਦੇ ਵਿੱਚ ਅਸੀਂ ਆਪਣੀ ਗੱਲ ਨੂੰ ਅੱਗੇ ਤੋਰਦੇ ਹਾਂ ਅਤੇ ਪਹਿਲਾ ਪੁਆਇੰਟ ਇਸ ਦੇ ਵਿੱਚ ਪ੍ਰਾਂਤਾਂ ਵਿੱਚ ਸੁਤੰਤਰ ਰਾਜਾਂ ਦੀ ਸਥਾਪਨਾ। 18ਵੀਂ ਸਦੀ ਵਿੱਚ ਮੁਗਲ ਸਾਮਰਾਜ ਦੇ ਵੱਖ-ਵੱਖ ਪ੍ਰਾਂਤਾਂ ਦੇ ਸੂਬੇਦਾਰਾਂ ਨੇ ਸੁਤੰਤਰ ਰਾਜ ਸਥਾਪਿਤ ਕਰਨ ਦੇ ਸਫਲ ਯਤਨ ਕੀਤੇ ਅਤੇ ਇਸ ਤਰ੍ਹਾਂ ਉਹਨਾਂ ਨੇ ਮੁਗਲ ਸਾਮਰਾਜ ਦੇ ਪਤਨ ਵਿੱਚ ਮਹੱਤਵਪੂਰਨ ਹਿੱਸਾ ਪਾਇਆ। ਪਿਛਲੇ ਸਮਰਾਟਾਂ ਦੀ ਨਿਰਬਲਤਾ ਕਾਰਨ ਦਰਬਾਰ ਵਿੱਚ ਵੱਖ-ਵੱਖ ਗੁੱਟਾਂ ਦੇ ਸਰਦਾਰ ਇੱਕ ਦੂਜੇ ਵਿਰੁੱਧ ਸਾਜ਼ਿਸ਼ਾਂ ਕਰਨ ਲੱਗੇ। ਇਹਨਾਂ ਵਿੱਚੋਂ ਕੁਝ ਸਰਦਾਰਾਂ ਨੇ ਦਰਬਾਰ ਦੇ ਝਗੜਿਆਂ ਤੋਂ ਤੰਗ ਆ ਕੇ ਪ੍ਰਾਂਤਾਂ ਵਿੱਚ ਜਾ ਕੇ ਆਪਣੇ ਸੁਤੰਤਰ ਰਾਜ ਸਥਾਪਿਤ ਕਰ ਲਏ। ਅਗਲਾ ਹੈ ਜਾਟਾਂ ਦੀ ਸ਼ਕਤੀ ਦਾ ਉਭਾਰ। ਔਰੰਗਜ਼ੇਬ ਦੇ ਸ਼ਾਸਨ ਕਾਲ ਵਿੱਚ ਮਥੁਰਾ ਅਤੇ ਆਸ-ਪਾਸ ਦੇ ਜਾਟਾਂ ਨੇ ਗੋਕਲ ਦੀ ਅਗਵਾਈ ਵਿੱਚ ਵਿਦਰੋਹ ਕਰ ਦਿੱਤਾ ਸੀ। ਗੋਕਲ ਦੇ ਪਿੱਛੋਂ ਜਾਟਾਂ ਨੇ ਰਾਜਾ ਰਾਮ, ਉਸ ਤੋਂ ਬਾਅਦ ਚੂੜਾਮਨ ਦੀ ਅਗਵਾਈ ਹੇਠ ਮੁਗਲ ਸਰਕਾਰ ਵਿਰੁੱਧ ਸੰਘਰਸ਼ ਜਾਰੀ ਰੱਖਿਆ। ਉਸ ਤੋਂ ਬਾਅਦ ਚੂੜਾਮਨ ਦੇ ਭਤੀਜੇ ਬਦਨ ਸਿੰਘ ਨੇ ਯੋਗਤਾ ਨਾਲ ਜਾਟਾਂ ਦੀ ਅਗਵਾਈ ਕੀਤੀ, ਖਿਲਰੇ ਹੋਏ ਜਾਟਾਂ ਨੂੰ ਇਕੱਠਿਆਂ ਕੀਤਾ, ਸ਼ਕਤੀਸ਼ਾਲੀ ਸੈਨਾ ਦਾ ਸੰਗਠਨ ਕੀਤਾ। ਉਸ ਨੇ ਭਰਤਪੁਰ ਅਤੇ 3 ਹੋਰ ਸਥਾਨਾਂ ਉੱਤੇ ਕਿਲ੍ਹਿਆਂ ਦੀ ਉਸਾਰੀ ਕੀਤੀ। ਮੁਗਲ ਸਾਮਰਾਜ ਦੀ ਦੁਰਬਲਤਾ ਦਾ ਫਾਇਦਾ ਉਠਾ ਕੇ ਉਸ ਨੇ ਭਰਤਪੁਰ ਵਿਖੇ ਇੱਕ ਨਵੇਂ ਰਾਜਵੰਸ਼ ਦੀ ਨੀਂਹ ਰੱਖੀ ਅਤੇ 1752 ਈਸਵੀ ਵਿੱਚ ਮੁਗਲ ਸਮਰਾਟ ਅਹਿਮਦ ਸ਼ਾਹ ਨੇ ਉਸ ਨੂੰ ਰਾਜਾ ਦੀ ਉਪਾਧੀ ਪ੍ਰਦਾਨ ਕਰ ਦਿੱਤੀ। ਰਾਜਪੂਤ ਰਾਜਾਂ ਦੀ ਸੁਤੰਤਰਤਾ। ਔਰੰਗਜ਼ੇਬ ਨੇ ਰਾਜਪੂਤਾਂ ਪ੍ਰਤੀ ਯੁੱਧ ਦੀ ਨੀਤੀ ਅਪਣਾਈ ਸੀ। ਔਰੰਗਜ਼ੇਬ ਦੀ ਮੌਤ ਪਿੱਛੋਂ ਰਾਜਪੂਤਾਂ ਦੇ ਕਈ ਰਾਜ ਸੁਤੰਤਰ ਹੋ ਗਏ। ਅਮੇਰ ਜਾਂ ਜੈਪੁਰ ਦੇ ਰਾਜਾ ਜੈ ਸਿੰਘ ਨੇ ਔਰੰਗਜ਼ੇਬ ਦੇ ਕਮਜ਼ੋਰ ਉੱਤਰਾਧਿਕਾਰੀਆਂ ਦੇ ਸਮੇਂ ਆਪਣੀ ਸ਼ਕਤੀ ਵਧਾ ਲਈ ਅਤੇ ਉਹ ਮਾਲਵਾ ਅਤੇ ਆਗਰਾ ਦੇ ਪ੍ਰਾਂਤਾਂ ਦਾ ਗਵਰਨਰ ਬਣ ਗਿਆ। ਮਾਰਵਾੜ ਵਿੱਚ ਅਜੀਤ ਸਿੰਘ ਦਾ ਸੁਤੰਤਰ ਰਾਜ ਕਾਇਮ ਹੋ ਗਿਆ। ਬਾਦਸ਼ਾਹ ਬਹਾਦਰ ਸ਼ਾਹ ਦੀ ਮੌਤ ਪਿੱਛੋਂ ਉਸ ਨੇ ਅਜਮੇਰ ਉੱਤੇ ਕਬਜ਼ਾ ਕਰਕੇ ਆਪਣੀ ਸ਼ਕਤੀ ਵਧਾ ਲਈ। ਮੁਗਲ ਬਾਦਸ਼ਾਹ ਨੇ ਉਸ ਨੂੰ ਅਜਮੇਰ ਅਤੇ ਗੁਜਰਾਤ ਦਾ ਸੂਬੇਦਾਰ ਮੰਨ ਲਿਆ। ਮੇਵਾੜ ਅਤੇ ਬੂੰਦੀ ਦੇ ਰਾਜ ਵੀ ਮੁਗਲਾਂ ਤੋਂ ਪੂਰਨ ਰੂਪ ਵਿੱਚ ਸੁਤੰਤਰ ਹੋ ਗਏ, ਪਰ ਕੁਝ ਸਮੇਂ ਤੋਂ ਬਾਅਦ ਉਹਨਾਂ ਨੂੰ ਵੀ ਦੂਜੇ ਰਾਜਪੂਤ ਰਾਜਾਂ ਵਾਂਗ ਮਰਾਠਿਆਂ ਨੂੰ ਸਾਲਾਨਾ ਰਕਮ ਦੇਣ ਦਾ ਵਚਨ ਦੇਣਾ ਪਿਆ। ਸਿੱਖਾਂ ਦੀ ਸ਼ਕਤੀ ਦਾ ਉਭਾਰ। 1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਪਿੱਛੋਂ ਬੰਦਾ ਬਹਾਦਰ ਪੰਜਾਬ ਵਿੱਚ ਸਿੱਖਾਂ ਦਾ ਰਾਜਨੀਤਿਕ ਨੇਤਾ ਬਣ ਗਿਆ। ਬੰਦਾ ਦੇ ਸਮੇਂ ਤੋਂ ਸਿੱਖਾਂ ਦਾ ਮੁਗਲ ਸਰਕਾਰ ਵਿਰੁੱਧ ਯੁੱਧ ਆਰੰਭ ਹੋਇਆ। ਬੰਦਾ ਬਹਾਦਰ ਦੇ ਕਤਲ ਪਿੱਛੋਂ ਪੰਜਾਬ ਦੇ ਮੁਗਲ ਸੂਬੇਦਾਰਾਂ, ਜਿਨ੍ਹਾਂ ਦੇ ਵਿੱਚ ਅਬਦੁਸਮਦ ਖਾਂ, ਯਕਰੀਆ ਖਾਂ, ਯਾਇਆ ਖਾਂ ਨੇ ਸਿੱਖਾਂ ਉੱਤੇ ਬਹੁਤ ਅਤਿਆਚਾਰ ਕੀਤੇ, ਪਰ ਸਿੱਖਾਂ ਨੇ ਅਸਾਧਾਰਨ ਸਾਹਸ, ਵੀਰਤਾ ਦੇ ਪ੍ਰਮਾਣ ਦਿੰਦੇ ਹੋਏ ਗੁਰੀਲਾ ਯੁੱਧ ਪ੍ਰਣਾਲੀ ਰਾਹੀਂ ਮੁਗਲਾਂ ਦਾ ਵਿਰੋਧ ਕੀਤਾ। ਮੁਗਲ ਸੂਬੇਦਾਰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਦੇ ਵਿੱਚ ਅਸਫਲ ਰਹੇ। ਇਸ ਸਮੇਂ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਉਸ ਨੇ ਪੰਜਾਬ ਵਿੱਚ ਮੁਗਲਾਂ ਅਤੇ ਮਰਾਠਿਆਂ ਦੀ ਸ਼ਕਤੀ ਨੂੰ ਨਸ਼ਟ ਕਰ ਦਿੱਤਾ, ਪਰ ਉਹ ਘੋਰ ਯਤਨ ਕਰਨ ਦੇ ਬਾਵਜੂਦ ਵੀ ਸਿੱਖਾਂ ਦੀ ਸ਼ਕਤੀ ਖਤਮ ਕਰਨ ਵਿੱਚ ਅਸਫਲ ਰਿਹਾ। ਸਿੱਟੇ ਵਜੋਂ ਸਿੱਖਾਂ ਦੇ ਪੰਜਾਬ ਵਿੱਚ 12 ਸੁਤੰਤਰ ਰਾਜ ਸਥਾਪਿਤ ਹੋ ਗਏ, ਜਿਨ੍ਹਾਂ ਨੂੰ
ਮਿਸਲਾਂ ਕਿਹਾ ਜਾਂਦਾ ਹੈ। ਮਰਾਠਿਆਂ ਦੀ ਸ਼ਕਤੀ ਦਾ ਉਭਾਰ। ਮਰਾਠਿਆਂ ਦੀ ਸ਼ਕਤੀ ਦਾ ਉਭਾਰ ਮੁਗਲ ਸਾਮਰਾਜ ਦੇ ਪਤਨ ਤੇ ਵਿਘਟਨ ਦਾ ਸਭ ਤੋਂ ਸ਼ਕਤੀਸ਼ਾਲੀ ਕਾਰਨ ਸਿੱਧ ਹੋਇਆ। ਔਰੰਗਜ਼ੇਬ ਨੇ ਲਗਭਗ 20 ਸਾਲਾਂ ਤੱਕ ਮਰਾਠਿਆਂ ਵਿਰੁੱਧ ਯੁੱਧ ਕੀਤੇ ਸਨ, ਪਰੰਤੂ ਉਹ ਉਹਨਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ ਸੀ। ਉਸ ਦੀ ਮੌਤ ਪਿੱਛੋਂ ਮਰਾਠਿਆਂ ਨੇ ਆਪਣੀ ਸੁਤੰਤਰਤਾ ਲਈ ਮੁਗਲਾਂ ਵਿਰੁੱਧ ਸੰਘਰਸ਼ ਜਾਰੀ ਰੱਖਿਆ। ਸ਼ਿਵਾਜੀ ਦੇ ਪੋਤਰੇ ਅਤੇ ਸੰਭਾਜੀ ਦੇ ਪੁੱਤਰ ਸ਼ਾਹੂ ਦੀ 17 ਵਿਖੇ ਤਾਜਪੋਸ਼ੀ ਦੀ ਰਸਮ ਹੋਈ। ਉਸ ਨੇ 1713 ਈਸਵੀ ਵਿੱਚ ਬਾਲਾਜੀ ਵਿਸ਼ਵਨਾਥ ਨੂੰ ਆਪਣਾ ਪੇਸ਼ਵਾ ਜਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਪੇਸ਼ਵਾ ਬਾਲਾਜੀ ਵਿਸ਼ਵਨਾਥ ਨੇ ਮੁਗਲ ਸਾਮਰਾਜ ਦੀ ਕਮਜ਼ੋਰੀ ਤੇ ਮੁਗਲ ਦਰਬਾਰ ਵਿੱਚ ਹੋ ਰਹੀਆਂ ਸਾਜ਼ਿਸ਼ਾਂ ਦਾ ਪੂਰਾ ਲਾਭ ਉਠਾਇਆ। ਉਸ ਨੇ ਸ਼ਾਹੂ ਵੱਲੋਂ ਮੁਗਲ ਸਮਰਾਟ ਨਾਲ ਇੱਕ ਮਹੱਤਵਪੂਰਨ ਸੰਧੀ ਕੀਤੀ। ਇਸ ਸੰਧੀ ਅਨੁਸਾਰ ਉਹਨਾਂ ਸਭ ਇਲਾਕਿਆਂ ਉੱਤੇ ਜੋ ਸ਼ਿਵਾਜੀ ਦਾ ਸਵਰਾਜ ਅਖਵਾਉਂਦੇ ਸਨ, ਸ਼ਾਹੂ ਦਾ ਅਧਿਕਾਰ ਮੰਨ ਲਿਆ ਗਿਆ। ਸ਼ਾਹੂ ਨੂੰ ਮੁਗਲਾਂ ਦੇ 6 ਦੱਖਣੀ ਸੂਬਿਆਂ ਵਿੱਚੋਂ ਚੌਥ ਤੇ ਸਰਦੇਸ਼ ਮੁਖੀ ਉਗਰਾਹੁਣ ਦਾ ਅਧਿਕਾਰ ਵੀ ਦੇ ਦਿੱਤਾ ਗਿਆ, ਪਰੰਤੂ ਇਸ ਦੇ ਬਦਲੇ ਉਸ ਨੂੰ ਮੁਗਲ ਸਮਰਾਟ ਲਈ 15,000 ਸੈਨਿਕ ਤਿਆਰ ਕਰਨੇ ਸਨ। ਇਸ ਸੰਧੀ ਦੇ ਫਲਸਰੂਪ ਦੱਖਣੀ ਭਾਰਤ ਵਿੱਚ ਮਰਾਠਿਆਂ ਦੀ ਸ਼ਕਤੀ ਬਹੁਤ ਵੱਧ ਗਈ। ਬਾਲਾਜੀ ਵਿਸ਼ਵਨਾਥ ਦੇ ਪੁੱਤਰ ਅਤੇ ਉੱਤਰਾਧਿਕਾਰੀ ਬਾਜੀਰਾਓ ਪਹਿਲੇ ਨੇ ਮਰਾਠਾ ਸ਼ਕਤੀ ਦਾ ਕੇਵਲ ਦੱਖਣੀ ਭਾਰਤ ਵਿੱਚ ਹੀ ਨਹੀਂ ਸਗੋਂ ਉੱਤਰੀ ਭਾਰਤ ਵਿੱਚ ਵੀ ਵਿਸਤਾਰ ਕੀਤਾ। ਸੰਖੇਪ ਵਿੱਚ ਕਿਹਾ ਜਾਵੇ ਤਾਂ ਮਰਾਠਿਆਂ ਨੇ ਦੱਖਣੀ ਭਾਰਤ ਅਤੇ ਉੱਤਰੀ ਭਾਰਤ ਦੇ ਮੁਗਲਾਂ ਦੇ ਬਹੁਤ ਸਾਰੇ ਪ੍ਰਦੇਸ਼ਾਂ ਉੱਤੇ ਆਪਣਾ ਅਧਿਕਾਰ ਕਰ ਲਿਆ। ਪਾਣੀਪਤ ਦੀ ਤੀਜੀ ਲੜਾਈ 1761 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਤੋਂ ਹਾਰ ਜਾਣ ਕਾਰਨ ਮਰਾਠਿਆਂ ਦਾ ਪੰਜਾਬ ਉੱਤੇ ਅਧਿਕਾਰ ਜਾਂਦਾ ਰਿਹਾ। ਫਿਰ ਵੀ ਮਰਾਠਿਆਂ ਦੇ ਭਾਰਤ ਦੇ ਕਾਫੀ ਹਿੱਸਿਆਂ ਦੇ ਉੱਤੇ ਰਾਜ ਸਥਾਪਿਤ ਹੋ ਗਏ। ਇਸ ਤਰ੍ਹਾਂ ਜਾਪਦਾ ਸੀ ਕਿ ਮੁਗਲ ਸਾਮਰਾਜ ਦੇ ਵਿਘਟਨ ਉਪਰੰਤ ਭਾਰਤ ਦੇ ਵਧੇਰੇ ਭਾਗ ਉੱਤੇ ਮਰਾਠਿਆਂ ਦਾ ਰਾਜ ਸਥਾਪਿਤ ਹੋ ਗਿਆ ਸੀ। ਅਗਲਾ ਪੁਆਇੰਟ ਹੈ ਨਾਦਰ ਸ਼ਾਹ ਦਾ ਹਮਲਾ 1738-39 ਈਸਵੀ। ਈਰਾਨ ਦਾ ਸ਼ਾਸਕ ਨਾਦਰ ਸ਼ਾਹ ਨੇ 1738 ਈਸਵੀ ਵਿੱਚ ਅਫਗਾਨਿਸਤਾਨ ਦੇ ਮੁਗਲ ਗਵਰਨਰ ਨਾਸਿਰ ਖਾਂ ਨੂੰ ਹਰਾ ਕੇ ਗਜ਼ਨੀ ਤੇ ਕਾਬਲ ਦੇ ਉੱਤੇ ਅਧਿਕਾਰ ਕਰ ਲਿਆ। ਇਸ ਜਿੱਤ ਤੋਂ ਬਾਅਦ ਉਸ ਨੇ ਭਾਰਤ ਵੱਲ ਨੂੰ ਕੂਚ ਕੀਤਾ। ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਨੇ ਦਿੱਲੀ ਤੋਂ ਕੋਈ ਸਹਾਇਤਾ ਨਾ ਆਉਣ ਕਾਰਨ ਨਾਦਰ ਸ਼ਾਹ ਦਾ ਕੋਈ ਵਿਰੋਧ ਨਾ ਕੀਤਾ ਅਤੇ ਈਰਾਨੀ ਹਮਲਾਵਰ ਦੀ ਅਧੀਨਗੀ ਮੰਨ ਲਈ। ਉਸ ਨੂੰ 20 ਲੱਖ ਰੁਪਏ ਦੀ ਰਕਮ ਦਿੱਤੀ। ਲਾਹੌਰ ਤੋਂ ਨਾਦਰ ਸ਼ਾਹ ਨੇ ਦਿੱਲੀ ਵੱਲ ਚਾਲੇ ਪਾਏ। ਮੁਗਲ ਸਮਰਾਟ ਮੁਹੰਮਦ ਸ਼ਾਹ ਨੇ ਦੁਸ਼ਮਣਾਂ ਦਾ ਵਿਰੋਧ ਕਰਨ ਲਈ ਸੈਨਾ ਸਹਿਤ ਪੰਜਾਬ ਵੱਲ ਕੂਚ ਕੀਤਾ। ਕਰਨਾਲ ਵਿਖੇ ਫਰਵਰੀ 1739 ਵਿੱਚ ਲੜਾਈ ਹੋਈ। 3 ਘੰਟਿਆਂ ਦੇ ਵਿੱਚ ਹੀ ਨਾਦਰ ਸ਼ਾਹ ਨੇ ਮੁਗਲਾਂ ਨੂੰ ਹਰਾ ਦਿੱਤਾ ਤੇ ਸਮਰਾਟ ਮੁਹੰਮਦ ਸ਼ਾਹ ਨੂੰ ਬੰਦੀ ਬਣਾ ਲਿਆ ਗਿਆ। ਇਸ ਜਿੱਤ ਤੋਂ ਬਾਅਦ ਨਾਦਰ ਸ਼ਾਹ ਅੱਗੇ ਦਿੱਲੀ ਵੱਲ ਨੂੰ ਵਧਿਆ। ਨਾਦਰ ਸ਼ਾਹ ਨੇ ਮੁਗਲ ਸਮਰਾਟ ਨੂੰ ਤਾਂ ਛੱਡ ਦਿੱਤਾ ਤੇ ਉਸ ਦਾ ਰਾਜ ਉਸ ਨੂੰ ਵਾਪਸ ਕਰ ਦਿੱਤਾ, ਪਰ ਮੁਗਲ ਸਮਰਾਟ ਦੇ ਸਿੰਧ ਨਦੀ ਦੇ ਪਾਰ ਦੇ ਪ੍ਰਦੇਸ਼ਾਂ ਦੇ ਉੱਤੇ ਨਾਦਰ ਸ਼ਾਹ ਦਾ ਅਧਿਕਾਰ ਮੰਨ ਲਿਆ ਗਿਆ। ਇਸ ਤੋਂ ਬਿਨਾਂ 30 ਕਰੋੜ ਰੁਪਏ ਦੀ ਧਨ ਰਾਸ਼ੀ, ਪ੍ਰਸਿੱਧ ਕੋਹਿਨੂਰ ਹੀਰਾ, ਤਖਤੇ ਤਾਊਸ ਜਿਹੜਾ ਸ਼ਾਹਜਹਾਂ ਦੇ ਸਮੇਂ ਰਤਨਾਂ ਨਾਲ ਜੜਿਆ ਹੋਇਆ ਰਾਜ ਸਿੰਘਾਸਣ ਸੀ, ਉਹ ਆਪਣੇ ਨਾਲ ਲੈ ਗਿਆ। ਇਸ ਤਰ੍ਹਾਂ ਨਾਦਰ ਸ਼ਾਹ ਦਾ ਹਮਲਾ ਮੁਗਲ ਸਾਮਰਾਜ ਦੇ ਪਤਨ ਦੇ ਵਿਘਟਨ ਦੇ ਮੁੱਖ ਕਾਰਨਾਂ ਦੇ ਵਿੱਚੋਂ ਇੱਕ ਸਾਬਤ ਹੋਇਆ। ਅਗਲਾ ਹੈ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ
1747 ਈਸਵੀ ਤੋਂ 67 ਈਸਵੀ ਤੱਕ। ਅਫਗਾਨਿਸਤਾਨ ਦਾ ਸ਼ਾਸਕ ਅਹਿਮਦ ਸ਼ਾਹ ਅਬਦਾਲੀ, ਇਸ ਨੇ ਭਾਰਤ ਉੱਤੇ 8 ਹਮਲੇ ਕੀਤੇ। ਉਸ ਦੇ ਹਮਲਿਆਂ ਦਾ ਉਦੇਸ਼ ਬਲੋਚਿਸਤਾਨ, ਸਿੰਧ, ਪੰਜਾਬ, ਇਹਨਾਂ ਗੁਆਂਢੀ ਪ੍ਰਦੇਸ਼ਾਂ ਨੂੰ ਜਿੱਤ ਕੇ ਆਪਣੇ ਰਾਜ ਦਾ ਵਿਸਥਾਰ ਕਰਨਾ ਸੀ। ਇਸ ਤੋਂ ਇਲਾਵਾ ਭਾਰਤ ਦੀ ਧਨ ਦੌਲਤ ਨੂੰ ਲੁੱਟਣਾ ਵੀ ਸੀ। ਉਸ ਨੇ ਆਪਣੇ ਪਹਿਲੇ 4 ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਵਿੱਚ ਮੁਗਲ ਸ਼ਕਤੀ ਦਾ ਖਾਤਮਾ ਕਰ ਦਿੱਤਾ। ਇਸ ਪਿੱਛੋਂ ਉਸ ਨੇ ਮਰਾਠਿਆਂ ਦੇ ਵਿਰੁੱਧ ਕਾਰਵਾਈ ਕਰਨ ਦਾ ਨਿਸ਼ਚਾ ਕੀਤਾ। ਮਰਾਠਿਆਂ ਨੇ ਪਹਿਲਾਂ ਅਦੀਨਾ ਬੇਗ ਨੂੰ, ਉਸ ਤੋਂ ਬਾਅਦ ਮਰਾਠਾ ਸਰਦਾਰ ਸਾਂਬਾ ਜੀ ਨੂੰ ਲਾਹੌਰ ਦਾ ਸ਼ਾਸਕ ਬਣਾ ਦਿੱਤਾ। ਜਦੋਂ ਇਹਨਾਂ ਘਟਨਾਵਾਂ ਦਾ ਸਮਾਚਾਰ ਅਹਿਮਦ ਸ਼ਾਹ ਅਬਦਾਲੀ ਨੂੰ ਮਿਲਿਆ ਤਾਂ ਉਸ ਨੇ ਭਾਰਤ ਉੱਤੇ 5ਵਾਂ ਹਮਲਾ ਕੀਤਾ। ਅੰਤ ਦੇ ਵਿੱਚ ਜੇ ਸੰਖੇਪ ਵਿੱਚ ਗੱਲ ਕਰੀਏ ਤਾਂ ਜਨਵਰੀ 1761 ਈਸਵੀ ਨੂੰ ਅਫਗਾਨਾਂ ਅਤੇ ਮਰਾਠਿਆਂ ਦੇ ਵਿੱਚ ਪਾਣੀਪਤ ਵਿਖੇ ਨਿਰਣਾਇਕ ਲੜਾਈ ਹੋਈ। ਇਸ ਲੜਾਈ ਵਿੱਚ ਮਰਾਠਿਆਂ ਦੀ ਹਾਰ ਹੋਈ। ਉਹਨਾਂ ਦੀ ਸ਼ਕਤੀ ਨੂੰ ਡੂੰਘੀ ਸੱਟ ਲੱਗੀ। ਪੰਜਾਬ ਮਰਾਠਿਆਂ ਦੇ ਹੱਥੋਂ ਸਦਾ ਲਈ ਜਾਂਦਾ ਰਿਹਾ। ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਅੰਤਮ 3 ਹਮਲੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਦੇ ਲਈ ਕੀਤੇ, ਪਰ ਉਹ ਉਹਨਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ। ਅੰਤ ਦੇ ਵਿੱਚ ਦੇਖੀਏ, ਪੰਜਾਬ ਦੇ ਕੇਂਦਰੀ ਭਾਗਾਂ ਵਿੱਚ ਸਿੱਖਾਂ ਦੇ ਸੁਤੰਤਰ ਰਾਜ ਸਥਾਪਿਤ ਹੋ ਗਏ ਅਤੇ ਅਫਗਾਨਿਸਤਾਨ, ਬਲੋਚਿਸਤਾਨ ਅਤੇ ਪੰਜਾਬ ਦੇ ਸਾਰੇ ਇਲਾਕੇ ਮੁਗਲ ਸਾਮਰਾਜ ਤੋਂ ਅਲੱਗ ਹੋ ਗਏ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਸ਼ਕਤੀ ਦਾ ਉਥਾਨ। 1600 ਈਸਵੀ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਭਾਰਤ ਅਤੇ ਦੂਸਰੇ ਪੂਰਬੀ ਦੇਸ਼ਾਂ ਨਾਲ ਵਪਾਰ ਕਰਨ ਦੇ ਉਦੇਸ਼ ਨਾਲ ਕਾਇਮ ਕੀਤੀ ਗਈ ਸੀ। 18ਵੀਂ ਸਦੀ ਦੇ ਅੱਧ ਤੱਕ ਇਹ ਇੱਕ ਰਾਜਨੀਤਿਕ ਸੰਸਥਾ ਬਣ ਚੁੱਕੀ ਸੀ ਅਤੇ ਇਸ ਦੀ ਸ਼ਕਤੀ ਬਹੁਤ ਵੱਧ ਗਈ ਸੀ। ਮੁਗਲ ਸ਼ਾਸਕ ਬਹੁਤ ਨਿਰਬਲ ਅਤੇ ਅਯੋਗ ਸਨ ਅਤੇ ਮੁਗਲਾਂ ਪਾਸ ਕੋਈ ਸਮੁੰਦਰੀ ਸੈਨਾ ਵੀ ਨਹੀਂ ਸੀ। ਇਸ ਲਈ ਉਹ ਅੰਗਰੇਜ਼ਾਂ ਦੀ ਵੱਧਦੀ ਹੋਈ ਸ਼ਕਤੀ ਨੂੰ ਨਾ ਰੋਕ ਸਕੇ। ਅੰਗਰੇਜ਼ਾਂ ਨੇ 1757 ਈਸਵੀ ਵਿੱਚ ਬੰਗਾਲ ਦੇ ਨਵਾਬ ਸਿਰਾਜੁਦੌਲਾ ਨੂੰ ਪਲਾਸੀ ਦੀ ਲੜਾਈ ਵਿੱਚ ਅਤੇ 1764 ਈਸਵੀ ਵਿੱਚ ਬੰਗਾਲ ਦੇ ਨਵਾਬ ਮੀਰ ਕਾਸਿਮ, ਅਵਧ ਦੇ ਨਵਾਬ ਸੁਜਾਉਦੌਲਾ ਅਤੇ ਮੁਗਲ ਸਮਰਾਟ ਸ਼ਾਹ ਆਲਮ ਦੀਆਂ ਸੰਯੁਕਤ ਫੌਜਾਂ ਨੂੰ ਬਕਸਰ ਦੀ ਲੜਾਈ ਵਿੱਚ ਹਰਾਇਆ। 1765 ਈਸਵੀ ਵਿੱਚ ਉਹਨਾਂ ਨੇ ਮੁਗਲ ਸਮਰਾਟ ਤੋਂ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਦਾ ਅਧਿਕਾਰ ਪ੍ਰਾਪਤ ਕਰ ਲਿਆ। ਬੰਗਾਲ ਉੱਤੇ ਅਧਿਕਾਰ ਕਰਨ ਪਿੱਛੋਂ ਅੰਗਰੇਜ਼ਾਂ ਨੇ ਆਪਣੇ ਰਾਜ ਦਾ ਵਿਸਥਾਰ ਕਰਨ ਦੇ ਸਰਗਰਮ ਯਤਨ ਆਰੰਭ ਕਰ ਦਿੱਤੇ ਅਤੇ ਹੌਲੀ ਹੌਲੀ ਉਹ ਮੁਗਲ ਸਾਮਰਾਜ ਅਤੇ ਮਰਾਠਾ ਰਾਜ ਦੇ ਖੰਡਰਾਂ ਉੱਤੇ ਬ੍ਰਿਟਿਸ਼ ਸਾਮਰਾਜ ਦਾ ਨਿਰਮਾਣ ਕਰਨ ਵਿੱਚ ਸਫਲ ਹੋ ਗਏ। ਇਹ ਸੀਗੇ ਮੁਗਲ ਸਾਮਰਾਜ ਦੇ ਪਤਨ ਦੇ ਕਾਰਨ। ਧੰਨਵਾਦ।